ਸਤਨਾਮ ਏਕੋ ਸੋਹੰਗ ਸਤਨਾਮ ਜੀਓ। ਸਤਨਾਮ ਏਕੋ ਸੋਹੰਗ ਸਤਨਾਮ ਜੀਓ। ਬਾਣੀ 12 ਮਾਹ ਮਾਘ ਮਹੀਨਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਕੀ। ਮਾਘ ਮਹੀਨਾ ਧਰਮ ਕਾ ਦ੍ਰਿੜ ਕਰ ਤੂੰ ਸਤ ਸੰਗ, ਸੰਤਾਂ ਸੰਗ ਪ੍ਰੀਤ ਕਰ ਕਦੇ ਨਾ ਹੋਵੇ ਭੰਗ। ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ 12 ਮਾਹ ਪਾਵਨ ਬਾਣੀ ਦੇ ਵਿੱਚ ਮਾਘ ਮਹੀਨੇ ਦਾ ਮਹੱਤਵ ਦੱਸਦੇ ਹੋਏ ਜੀਵਾਂ ਨੂੰ ਫਰਮਾਉਂਦੇ ਹਨ ਕਿ ਜੋ ਮਾਘ ਦਾ ਮਹੀਨਾ ਹੁੰਦਾ ਹੈ ਇਹ ਧਰਮ ਦਾ ਮਹੀਨਾ ਮੰਨਿਆ ਗਿਆ ਹੈ ਕਿ ਧਰਮ 'ਤੇ ਚੱਲਣ ਵਾਸਤੇ ਇਹ ਮਹੀਨਾ ਬਹੁਤ ਹੀ ਵਧੀਆ ਹੈ। ਕਈ ਸਥਾਨਾਂ 'ਤੇ ਇਸ ਮਹੀਨੇ ਲੋਕ ਤੀਰਥਾਂ ਦਾ ਇਸ਼ਨਾਨ ਕਰਦੇ ਹਨ, ਪਰ ਜੋ ਬਾਣੀ ਹੈ, ਬਾਣੀ ਸਾਨੂੰ ਕਹਿੰਦੀ ਹੈ ਕਿ ਸਾਨੂੰ ਸੰਤਾਂ ਦੇ ਚਰਨਾਂ ਦੇ ਵਿੱਚ, ਸੰਤਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਜਿਵੇਂ ਕਿ ਸਾਹਿਬ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 12 ਮਾਹ ਦੇ ਵਿੱਚ ਮਾਘ ਮਹੀਨੇ ਦਾ ਮਹੱਤਵ ਦੱਸਦੇ ਹੋਏ ਉਹਨਾਂ ਨੇ ਸਾਨੂੰ ਉਪਦੇਸ਼ ਕੀਤਾ, ਮਾਘ ਮਝਨ ਸੰਗ ਸਾਧੂਆਂ ਤੂਰੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਨ ਸਭਨਾਂ ਨੂੰ ਕਰ ਦਾਨ। ਕਹਿੰਦੇ ਕਿ ਸਾਧੂ ਸੰਤਾਂ ਦੀ ਚਰਨਾਂ ਦੀ ਧੂੜੀ ਦੇ ਵਿੱਚ ਸਾਨੂੰ ਇਸ਼ਨਾਨ ਕਰਨਾ ਚਾਹੀਦਾ ਹੈ। ਜੋ ਅਸੀਂ ਤੀਰਥਾਂ ਦੇ ਇਸ਼ਨਾਨ ਕਰਦੇ ਹਾਂ ਉਸ ਦੇ ਨਾਲ ਸਾਡੇ ਸਰੀਰ ਦੀ ਮੈਲ ਤਾਂ ਉਤਰ ਸਕਦੀ ਹੈ, ਪਰ ਮਨ ਦੀ ਮੈਲ ਨਹੀਂ ਉਤਰ ਸਕਦੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਕਿ ਸਾਨੂੰ ਸੰਤਾਂ ਦੀ ਚਰਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ, ਜਿਸ ਦੇ ਨਾਲ ਸਾਡੇ ਮਨ ਦੀਆਂ ਜੋ ਮੈਲਾਂ ਹਨ ਉਹ ਉਤਰ ਜਾਣਗੀਆਂ। ਤੇ ਹਰ ਕਾ ਨਾਮ ਤੇ ਆਏ ਸੁਣ, ਜੋ ਸਤਿਗੁਰੂ ਜੀ ਬਚਨ ਕਰਦੇ ਨੇ ਉਹਨਾਂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਤੇ ਉਸ ਹਰੀ ਨਾਮ ਦਾ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਤੇ ਉਸ ਦਾ ਦਾਨ ਵੀ ਕਰੋ, ਭਾਵ ਕਿ ਦੂਸਰਿਆਂ ਨੂੰ ਵੀ ਉਪਦੇਸ਼ ਕਰੋ ਕਿ ਉਹ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਣ। ਇਹੀ ਉਪਦੇਸ਼ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਦਿੱਤਾ ਕਿ ਭਾਈ ਜੋ ਮਾਘ ਦਾ ਮਹੀਨਾ ਹੁੰਦਾ ਹੈ ਇਸ ਨੂੰ ਧਰਮੀ ਮਹੀਨਾ ਮੰਨਿਆ ਗਿਆ ਹੈ, ਧਰਮ 'ਤੇ ਚੱਲਣ ਦਾ ਮਹੀਨਾ ਮੰਨਿਆ ਗਿਆ ਹੈ। ਇਸ ਲਈ ਜੀਵ ਤੂੰ ਸਤਸੰਗ ਤੈਨੂੰ ਕਰਨੀ ਚਾਹੀਦੀ ਹੈ, ਸੰਤਾਂ ਦੇ ਚਰਨਾਂ ਵਿੱਚ ਬੈਠਣਾ ਚਾਹੀਦਾ ਹੈ, ਸੰਤਾਂ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ ਹੈ, ਉਸ ਦੇ ਨਾਲ ਪ੍ਰੀਤ ਪਾਣੀ ਚਾਹੀਦੀ ਹੈ। ਉਹ ਜੋ ਸੰਤਾਂ ਵਾਲੀ ਪ੍ਰੀਤ ਹੈ ਨਾ, ਜੋ ਗੁਰੂ ਦੀ ਪ੍ਰੀਤ ਹੈ, ਉਹ ਕਦੇ ਵੀ ਟੁੱਟਣ ਵਾਲੀ ਨਹੀਂ ਹੁੰਦੀ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਪਰ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਹੈ। ਉਹਨਾਂ ਨੂੰ ਕੀ ਪਤਾ ਕਿ ਗੁਰੂ ਦੀ ਪ੍ਰੀਤ ਕੀ ਹੁੰਦੀ ਹੈ, ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੀਤ ਹੀ ਨਹੀਂ ਪਾਈ। ਇਸੇ ਕਰਕੇ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਪਦੇਸ਼ ਕਰ ਰਹੇ ਨੇ ਕਿ ਭਾਈ ਤੂੰ ਸੰਤਾਂ ਦੇ ਨਾ ਚਰਨਾਂ ਦੇ ਨਾਲ ਪ੍ਰੀਤ ਪਾ ਲੈ ਤੇ ਤੇਰਾ ਕਲਿਆਣ ਹੋ ਜਾਏਗਾ। ਧੂਰ ਸੰਤ ਕੇ ਚਰਨ ਕੀ ਸੋਈ श्रेष्ठ है गंग, पापां की मल उतरे चरे नाम का रंग। देखो किन्ना सोहना सानू सतगुरु रविदास महाराज जी समझा रहे ने
ਕਿ ਸੰਤਾਂ ਦੇ ਚਰਨਾਂ ਦੀ ਕਮਲਾਂ ਦੀ ਧੂੜ ਨੂੰ ਤੂੰ ਐਵੇਂ ਨਾ ਜਾਣ। ਗੰਗਾ ਨਾਲੋਂ ਵੀ ਸ੍ਰੇਸ਼ਟ ਹੈ ਕਿ ਸੰਤਾਂ ਦੀ ਸੰਗਤ। ਸੰਤਾਂ ਦੇ ਚਰਨਾਂ ਦੀ ਜੋ ਧੂੜ ਹੈ, ਭਾਵ ਕਿ ਜੇਕਰ ਅਸੀਂ ਸੰਤਾਂ ਦੇ ਕੋਲ ਜਾ ਕੇ ਬੈਠ ਜਾਂਦੇ ਹਾਂ ਤੇ ਸੰਤਾਂ ਦੇ ਕੋਲੋਂ ਕੋਈ ਉਪਦੇਸ਼ ਸੁਣਦੇ ਹਾਂ, ਕਹਿੰਦੇ ਕਿ ਤੂੰ ਕੋਈ ਉਸ ਨੂੰ ਗੰਗਾ ਦੇ ਨਾਲੋਂ ਘੱਟ ਮਤ ਸਮਝ, ਉਹ ਗੰਗਾ ਦੇ ਨਾਲੋਂ ਵੀ ਸ੍ਰੇਸ਼ਟ ਹੈ। ਜੇ ਤੂੰ ਗੰਗਾ ਦੇ ਵਿੱਚ ਇਸ਼ਨਾਨ ਕਰਕੇ ਆਇਆ ਤੇ ਜੇ ਤੂੰ ਗੁਰੂ ਚਰਨਾਂ ਦੇ ਕੋਲ ਬੈਠ ਕੇ ਗੁਰੂ ਦੀ ਉਪਦੇਸ਼ ਨੂੰ ਸੁਣਿਆ ਤੇ ਗੁਰੂ ਦੇ ਬੈਠ ਕੇ ਉਪਦੇਸ਼ ਸੁਣਨ ਵਾਲਾ ਪੁੰਨ ਹੈ ਜੋ ਤੈਨੂੰ, ਉਹ ਗੰਗਾ ਨਾਲੋਂ ਵੀ ਕਈ ਦਰਜੇ ਜ਼ਿਆਦਾ ਮਿਲੇਗਾ, ਜਿਸ ਦੇ ਨਾਲ ਤੇਰੇ ਮਨ ਦੀ ਜੋ ਮੈਲ ਹੈ ਨਾ ਉਹ ਉਤਰ ਜਾਏਗੀ। ਤੇ ਇਹ ਜੋ ਨਾਮ ਹੈ ਇਹ ਸਦੀਵੀ ਰਹਿਣ ਵਾਲਾ ਹੈ, ਇਹ ਕਦੇ ਵੀ ਉਤਰਨ ਵਾਲਾ ਨਹੀਂ ਹੈ। ਜਿਵੇਂ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਕਿਹਾ ਸੀ ਨਾ, ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਇਹ ਜੋ ਮਜੀਠੀਆ ਰੰਗ ਹੈ ਇਹ ਕਦੇ ਵੀ ਉਤਰਨ ਵਾਲਾ ਨਹੀਂ ਹੈ, ਭਾਵ ਜਿਸ ਨੂੰ ਉਸ ਪਰਮਾਤਮਾ ਦੇ ਨਾਮ ਦਾ ਇੱਕ ਵਾਰੀ ਰੰਗ ਚੜ੍ਹ ਗਿਆ ਫਿਰ ਉਹ ਕਦੇ ਵੀ ਉਤਰਨ ਵਾਲਾ ਨਹੀਂ ਹੈ। ਫਿਰ ਸਤਿਗੁਰ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਮਨਮੁਖ ਸੰਗ ਨਾ ਕਰੀਜੇ, ਪਰਤ ਭਜਨ ਮੇ ਭੰਗ, ਦੁਖ ਬਿਨਸੇ ਸੁਭ, ਦੁਖ ਬਿਨਸੇ ਸੁਖ ਲਾਭ ਹੋਵੇ, ਗੁਰਮੁਖ ਜਿਨ ਕੇ ਸੰਗ। ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਭੁੱਲ ਕੇ ਵੀ ਮਨਮੁਖਾਂ ਦੀ ਸੰਗਤ ਨਹੀਂ ਕਰਨੀ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਤੇ ਕਲੀਅਰ ਹੀ ਕਹਿਤਾ ਕਿ ਭਾਈ ਮਨਮੁਖਾਂ ਦੀ ਸੰਗਤ ਨਹੀਂ ਕਰਨੀ। ਕਿਉਂ? ਕਿਉਂਕਿ ਜੇ ਤੂੰ ਮਨਮੁਖਾਂ ਦੀ ਸੰਗਤ ਕਰੇਗਾ ਤਾਂ ਉਹ ਤੈਨੂੰ ਵਿਕਾਰਾਂ ਵਿੱਚ ਪਾ ਦੇਣਗੇ, ਤੈਨੂੰ ਦੁਖੀ ਕਰਨਗੇ। ਕਿਉਂਕਿ ਜਦੋਂ ਤੂੰ ਵਿਕਾਰਾਂ ਵਿੱਚ ਪੈ ਜਾਏਗਾ, ਆਪਣੇ ਮਕਸਦ ਤੋਂ ਭਟਕ ਜਾਏਗਾ ਤੇ ਤੂੰ ਦੁੱਖਾਂ ਵਿੱਚ ਪੈ ਜਾਏਗਾ। ਤੇ ਦੁੱਖਾਂ ਦੇ ਵਿੱਚੋਂ ਕੱਢਣ ਵਾਲਾ ਇੱਕ ਗੁਰਮੁਖ ਹੋ ਸਕਦਾ ਹੈ, ਇੱਕ ਗੁਰੂ ਹੋ ਸਕਦਾ ਹੈ, ਪਰ ਮਨਮੁਖ ਕਦੇ ਵੀ ਤੁਹਾਨੂੰ ਦੁੱਖ ਚੋਂ ਕੱਢ ਨਹੀਂ ਸਕਦਾ, ਸਗੋਂ ਦੁੱਖ ਦੇ ਵਿੱਚ ਪਾਏਗਾ, ਜਿਸ ਦੇ ਨਾਲ ਤੁਹਾਡੇ ਭਜਨ ਦੇ ਵਿੱਚ ਵਿਘਨ ਪੈ ਜਾਏਗਾ। ਤੁਸੀਂ ਆਪਣੇ ਭਜਨ ਦੀ ਸਿਮਰਨ ਦੀ ਰੂਟੀਨ ਨੂੰ ਭੁੱਲ ਜਾਓਗੇ। ਮਨਮੁਖ ਤੁਹਾਨੂੰ ਭਜਨ ਨਹੀਂ ਕਰਨ ਦੇਗਾ। ਇਸ ਕਰਕੇ ਸਤਿਗੁਰਾਂ ਜੀ ਨੇ ਸਾਨੂੰ ਉਪਦੇਸ਼ ਕੀਤਾ ਕਿ ਭਾਈ ਮਨਮੁਖਾਂ ਦੀ ਕਦੇ ਵੀ ਸੰਗਤ ਨਹੀਂ ਕਰਨੀ, ਕਿਉਂਕਿ ਮਨਮੁਖ ਵਿਕਾਰਾਂ ਵਿੱਚ ਲਾ ਦੇਣਗੇ। ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਤੇਰੇ ਦੁੱਖ ਦੂਰ ਹੋ ਜਾਣਗੇ। ਦੇਖੋ, ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਸਮਾਂ ਨਹੀਂ ਹੈ ਗੁਰੂ ਦੇ ਕੋਲ ਆਉਣ ਦਾ, ਤੁਹਾਡੇ ਕੋਲ ਸਮਾਂ ਨਹੀਂ ਹੈ ਗੁਰੂ ਦੇ ਚਰਨਾਂ ਦੇ ਵਿੱਚ ਬੈਠਣ ਦਾ, ਤੇ ਗੁਰਮੁਖ ਦੀ ਸੰਗਤ ਜ਼ਰੂਰ ਕਰਨਾ। ਜਿਹੜੇ ਗੁਰਮੁਖ ਹਨ ਉਹਨਾਂ ਦੀ ਸੰਗਤ ਜ਼ਰੂਰ ਕਰਨਾ। ਤੇਰੇ ਨਜ਼ਦੀਕ ਜੋ ਵੀ ਗੁਰਮੁਖ ਹੈ ਉਸ ਦੀ ਸੰਗਤ ਜ਼ਰੂਰ ਕਰਨਾ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਬੈਠ ਕੇ ਤੇਰੇ ਦੁੱਖ ਦੂਰ ਹੋ ਜਾਣਗੇ, ਕਿਉਂਕਿ ਉੱਥੇ ਪਰਮਾਤਮਾ ਦੀ ਸਿਫਤ ਦੀ ਗੱਲ ਚੱਲੇਗੀ, ਉੱਥੇ ਪਰਮਾਤਮਾ ਦੇ ਘਰ ਦੀ ਗੱਲ ਚੱਲੇਗੀ, ਉੱਥੇ ਨਾਮ ਦੀ ਗੱਲ ਚੱਲੇਗੀ, ਉੱਥੇ ਸਿਮਰਨ ਦੀ ਗੱਲ ਚੱਲੇਗੀ। ਉੱਥੇ ਇਹ ਤਪਦੀ ਹੋਈ ਰੂਹ ਨੂੰ ਇੱਕ ਠੰਡਕ ਮਿਲੇਗੀ, ਰੂਹ ਆਤਮਾ ਦੀ ਜੋ ਖੁਰਾਕ ਹੈ ਸਿਮਰਨ ਉਹ ਮਿਲੇਗੀ। ਇਸ ਕਰਕੇ ਗੁਰਮੁਖਾਂ ਦੀ ਸੰਗਤ ਕਰਨੀ ਹੈ, ਮਨਮੁਖਾਂ ਦੀ ਸੰਗਤ ਨਹੀਂ ਕਰਨੀ ਹੈ। ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਨਾਮ ਜਪੋ ਮਿਲ ਗੁਰਮੁਖਾਂ, ਜੋ ਹੈ ਸਦਾ ਅਸੰਗ, ਤੂੰ ਵੀ ਪ੍ਰਭੂ ਕੇ ਭਿੰਨ ਨਹੀਂ, ਜਿਉ ਜਲ ਮਾਹੇ ਤਰੰਗ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਗੁਰਮੁਖਾਂ ਦੇ ਨਾਲ ਮਿਲ ਕੇ ਨਾਮ ਜਪਣ ਨਾਲ ਪ੍ਰਭੂ ਹਮੇਸ਼ਾ ਹੀ ਤੁਹਾਡੇ ਸੰਗ ਰਹਿੰਦਾ ਹੈ, ਅੰਗ ਸੰਗ ਰਹਿੰਦਾ ਹੈ।
ਜਦੋਂ ਵੀ ਤੁਸੀਂ ਸਿਮਰਨ ਕਰੋਗੇ ਪ੍ਰਭੂ ਤੁਹਾਨੂੰ ਅੰਗ ਸੰਗ ਮਹਿਸੂਸ ਹੋਵੇਗਾ। ਜੀਵ ਤੂੰ ਪਰਮਾਤਮਾ ਦੇ ਕੋਲੋਂ ਅਲੱਗ ਨਹੀਂ ਹੈ। ਇਹ ਮਨ ਦੇ ਵਿੱਚੋਂ ਇੱਕ ਗੱਲ ਨੂੰ ਬਿਠਾ ਲੈਣਾ ਹੈ ਕਿ ਅਸੀਂ ਪਰਮਾਤਮਾ ਦੇ ਕੋਲੋਂ ਅਲੱਗ ਨਹੀਂ ਹੈ ਤਾਂ ਪਰਮਾਤਮਾ ਸਾਡੇ ਕੋਲੋਂ ਅਲੱਗ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਜਿਵੇਂ ਜਲ ਦੇ ਵਿੱਚੋਂ ਤਰੰਗ ਉੱਠਦੀ ਹੈ ਤੇ ਉਹ ਹੁੰਦੀ ਜਲ ਦਾ ਹੀ ਰੂਪ ਹੈ, ਇਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦਾ ਹੀ ਰੂਪ ਹਾਂ ਤੇ ਪਰਮਾਤਮਾ ਦਾ ਹੀ ਅਸੀਂ ਅੰਸ਼ ਹਾਂ। ਸਤਿਗੁਰ ਕਬੀਰ ਮਹਾਰਾਜ ਜੀ ਨੇ ਵੀ ਕਿਹਾ, ਕਹੋ ਕਬੀਰ ਇੱਕ ਰਾਮ ਕੀ ਅੰਸ਼, ਅਸੀਂ ਪਰਮਾਤਮਾ ਦੀ ਹੀ ਅੰਸ਼ ਹਾਂ। ਪਰਮਾਤਮਾ ਕੋਈ ਸਾਡੇ ਤੋਂ ਅਲੱਗ ਨਹੀਂ ਹੈ। ਫਿਰ ਸਤਿਗੁਰ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ, ਸੋਹੰਗ ਨਾਮ ਰਗ ਰਗ ਰਚੇ, ਨਾਮ ਕਾ ਚਰੇ ਸਭ ਜਬ ਰੰਗ, ਪੰਚੋ ਬੈਰੀ ਤਿਆਗ ਕਰ ਤਬ ਹੋਏ ਨਿਸੰਗ। ਕਿਤਨਾ ਸੁੰਦਰ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਉਦਾਹਰਨਾਂ ਦੇ ਦੇ ਕੇ ਸਮਝਾ ਰਹੇ ਹਨ। ਸਤਿਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ, ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਜੀਵ ਪ੍ਰਭੂ ਤੇਰੇ ਅੰਦਰ ਸਮਾਇਆ ਅਨੁਭਵ ਤੈਨੂੰ ਹੋਏਗਾ। ਜਦੋਂ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ ਨਾ, ਤੇਰੇ ਅੰਦਰ ਬੈਠਾ ਤੈਨੂੰ ਉਹ ਪਰਮਾਤਮਾ ਮਹਿਸੂਸ ਹੋਏਗਾ। ਉਹ ਨਾਮ ਦਾ ਰੰਗ ਹੈ, ਉਹ ਨਾਮ ਦਾ ਰੰਗ ਤੈਨੂੰ ਚੜ ਜਾਏਗਾ ਤੇ ਤੇਰੇ ਤੋਂ ਪੰਜ ਜੋ ਵਿਕਾਰ ਹਨ ਉਹ ਦੂਰ ਹੋ ਜਾਣਗੇ। ਕਿਹੜੇ ਵਿਕਾਰ? ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਜਦੋਂ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ ਤੇ ਇਹ ਜੋ ਵਿਕਾਰ ਹਨ ਤੇਰੇ, ਇਹ ਦੂਰ ਹੋ ਜਾਣਗੇ ਤੇ ਤੈਨੂੰ ਨਾਮ ਦਾ ਰੰਗ ਚੜ ਜਾਏਗਾ। ਇਹ ਪੰਜੇ ਬੈਰੀ ਤੇਰੇ ਤੋਂ ਭੱਜ ਜਾਣਗੇ, ਤੇਰੇ ਨਜ਼ਦੀਕ ਨਹੀਂ ਆਣਗੇ। तो फिर सतगुरु रविदास महाराज जी अपनी बाणी च फरमाते हैं कि गुरु प्रेमी गुरु की शरण ग्रह, करत खूब विचार, गुरुदेव के प्रताप बिन, समझे ना सार असार। साहिब सतगुरु रविदास महाराज जी सानू समझाते हैं कि गुरु प्रेमी गुरु की शरण विच बह के, भाव कि एक गुरमुख जदों दूसरे गुरमुख दे नाल बैठदा है, दोनों गुरमुख अपने उस परमात्मा दे नाम की सिफत करते हैं ते वो ब्रह्म ज्ञानियां दी विचार करते हैं, भाव कि ब्रह्म ज्ञान दे विचार करते हैं। जदों गुरमुख दो बैठ जाते हैं, परमात्मा दे घर की गल करते हैं, परमात्मा दे नाम की गल करते हैं, परमात्मा की उस्तुति करते हैं, परमात्मा की सिफत सलाह करते हैं, वो उस ब्रह्म ज्ञान का ज्ञान नूं हासिल करते हैं, उस दियां विचारां करते हैं। गुरुदेव दे भजन ते प्रताप तो बिना जीव दा परलोक नूं नहीं समझ सकता। गुरु दे उपदेश तो बिना इंसान कदे भी लोक ते परलोक नूं कदे नहीं समझ सकता। ये गुरु ही समझा सकता है। इस करके सानू गुरु दे उपदेशां ते चलना चाहिदा है। फिर सतगुरु रविदास महाराज जी कहते, करके दृढ़ उपदेश गुर, पवनित उतरे पार, मंद भाग बिन सतगुरा, डुबन पवनिद तार। सतगुरु रविदास महाराज जी ने इत्थे इस शब्द की इस पंक्ति दे विच मनमुख ते गुरमुख दोनों की गल कीती है। सतगुरु रविदास महाराज जी उपदेश करते हैं कि गुरु दे उपदेश ते निश्चय करके चलण नाल जीव भवसागर तो पार हो जाता है।
ਸਤਿਗੁਰੂ ਦੀ ਸੰਗਤ ਤੋਂ ਬਿਨਾਂ ਜੀਵ ਦੇ ਭਾਗ ਹਨ ਜੋ ਉਹ ਘਟੀਆ ਹੋ ਜਾਂਦੇ ਆ, ਕਿਉਂਕਿ ਜੋ ਸਤਿਗੁਰ ਹੁੰਦਾ ਹੈ ਉਹ ਇਨਸਾਨ ਦੇ ਕਰਮਾਂ ਨੂੰ ਬਦਲ ਦਿੰਦਾ ਹੈ। ਜਿਹੜਾ ਗੁਰੂ ਦੇ ਉਪਦੇਸ਼ਾਂ 'ਤੇ ਨਿਸ਼ਚੇ ਕਰ ਲੈਂਦਾ ਕਿ ਮੈਂ ਗੁਰੂ ਦੀ ਦੱਸੀ ਹੋਈ ਗੱਲ ਨੂੰ ਮੰਨਣਾ ਹੈ, ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਮੰਨਣਾ ਹੈ, ਉਹ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ। ਕਿਉਂ ਕਰ ਜਾਂਦਾ ਹੈ? ਕਿਉਂਕਿ ਉਹ ਆਪਣੇ ਮਨ ਦੇ ਪਿੱਛੇ ਨਹੀਂ ਚੱਲਦਾ, ਕਿਉਂਕਿ ਇਸ ਮਨ ਦੇ ਪਿੱਛੇ ਲੱਗ ਕੇ ਬਹੁਤ ਇਸ ਦੁਨੀਆ ਦੇ ਉੱਤੋਂ ਆਪਣਾ ਰਾਜ ਭਾਗ ਸਭ ਕੁਝ ਖਤਮ ਕਰਕੇ ਚੱਲ ਗਏ। ਕਿਸੇ ਸ਼ਾਇਰ ਨੇ ਬਹੁਤ ਸੁੰਦਰ ਲਿਖਿਆ ਹੈ, ਇਸ ਮਨ ਕੇ ਮਤੇ ਮਤ ਚੱਲੀਏ, ਇਸ ਮਨ ਕੇ ਮਤੇ ਅਨੇਕ, ਇਸ ਮਨ ਕੇ ਮਤੇ ਕਈ ਮਰ ਗਏ, ਪੰਡਿਤ ਮੁੱਲਾ ਸ਼ੇਖ। ਇਸ ਮਨ ਦੇ ਪਿੱਛੇ ਨਹੀਂ ਲੱਗਣਾ। ਮਨਮੁਖ ਤੋਂ ਭਾਵ ਹੁੰਦਾ ਹੈ ਕਿ ਜਿਹੜਾ ਆਪਣੇ ਮਨ ਦੀਆਂ ਗੱਲਾਂ ਨੂੰ ਮੰਨਦਾ ਹੈ। ਗੁਰਮੁਖ ਉਹ ਹੁੰਦਾ ਹੈ ਕਿ ਜਿਹੜਾ ਗੁਰੂ ਦੀਆਂ ਗੱਲਾਂ ਨੂੰ ਮੰਨਦਾ ਹੈ। ਫਰਕ ਬਸ ਇਹੀ ਹੈ ਕਿ ਗੁਰਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ, ਅਤੇ ਮਨਮੁਖ ਉਹ ਹੁੰਦਾ ਜਿਹੜੀ ਮਨ ਦੀ ਗੱਲ ਨੂੰ ਮੰਨਦਾ ਹੈ, ਅਤੇ ਮਨ ਦੇ ਪਿੱਛੇ ਲੱਗ ਕੇ ਬਹੁਤ ਵੱਡੇ ਵੱਡੇ ਇਸ ਦੁਨੀਆ ਤੋਂ ਆਪਣੇ ਜੀਵਨ ਨੂੰ ਭੰਗ ਦੇ ਭੋਰੇ ਗਵਾ ਕੇ ਚਲੇ ਗਏ। ਇਸ ਦੁਨੀਆ ਦੇ ਉੱਤੇ ਆਉਣ ਦਾ ਉਹਨਾਂ ਦਾ ਮਕਸਦ ਪੂਰਾ ਨਹੀਂ ਹੋਇਆ, ਉਹ ਭਵਸਾਗਰ ਦੇ ਵਿੱਚ ਡੁੱਬ ਗਏ। ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਫਰਮਾਉਂਦੇ ਹਨ, ਸਤਿਗੁਰ ਕੇ ਪ੍ਰਸਾਦ ਹਮ ਜਾਣਿਆ ਆਤਮ ਰਾਮ, ਚਾਨਣ ਜੋਗ ਸੁਜਾਨਿਆ ਜੋ ਆਤਮ ਨਿਜ ਧਾਮ। ਸਤਿਗੁਰ ਦੀ ਕਿਰਪਾ ਦੇ ਨਾਲ ਮੈਂ ਆਪਣੇ ਅੰਦਰ ਪ੍ਰਭੂ ਨੂੰ ਜਾਣਿਆ। ਕਿਸ ਦੀ ਕਿਰਪਾ ਦੇ ਨਾਲ? ਗੁਰੂ ਦੀ ਕਿਰਪਾ ਦੇ ਨਾਲ। ਜੇਕਰ ਗੁਰੂ ਸਾਡੇ 'ਤੇ ਕਿਰਪਾ ਨਹੀਂ ਕਰਦਾ, ਜੇ ਗੁਰੂ ਸਾਨੂੰ ਨਾਮ ਸ਼ਬਦ ਨਹੀਂ ਦਿੰਦਾ, ਤੇ ਫਿਰ ਅਸੀਂ ਉਸ ਆਤਮ ਰਾਮ ਨੂੰ ਕਿੱਥੋਂ ਜਾਣਨਾ ਸੀ? ਅਸੀਂ ਤਾਂ ਬਾਹਰ ਹੀ ਪਰਮਾਤਮਾ ਨੂੰ ਲੱਭੀ ਜਾ ਰਹੇ ਸੀ। ਪਰ ਗੁਰੂ ਨੇ ਸਾਨੂੰ ਦੱਸਿਆ ਕਿ ਸਾਡੇ ਅੰਦਰ ਹੀ ਸਭ ਕੁਝ ਹੈ। ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਹੈ। ਅਸੀਂ ਜਦੋਂ ਗੁਰੂ ਦੀ ਸਾਡੇ 'ਤੇ ਕਿਰਪਾ ਹੋਈ, ਨਾਮ ਸਿਮਰਨ ਮਿਲਿਆ, ਅਸੀਂ ਨਾਮ ਨੂੰ ਜਪਿਆ ਅਤੇ ਉਸ ਆਤਮ ਰਾਮ ਨੂੰ ਜਾਣਿਆ। ਉਸ ਨੂੰ ਅਸੀਂ ਜਾਣ ਲਿਆ ਕਿ ਉਹਦਾ ਨਿੱਜ ਘਰ ਸਾਡੇ ਅੰਦਰ ਜੋ ਮਨ ਹੈ, ਇਸ ਮਨ ਦੇ ਅੰਦਰ ਹੀ ਤਾਂ ਪਰਮਾਤਮਾ ਬੈਠਾ ਹੋਇਆ। ਅਸੀਂ ਉਸ ਨੂੰ ਤੀਰਥਾਂ 'ਤੇ ਲੱਭ ਰਹੇ ਹਾਂ, ਪਹਾੜਾਂ 'ਤੇ ਲੱਭ ਰਹੇ ਹਾਂ, ਜੰਗਲ ਬੇਲਿਆਂ 'ਚ ਲੱਭ ਰਹੇ ਹਾਂ, ਸੁਪਨਿਆਂ 'ਚ ਲੱਭ ਰਹੇ ਹਾਂ, ਲੇਕਿਨ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਹੈ। ਹਰ ਕਿਸੇ ਦੇ ਵਿੱਚ ਪਰਮਾਤਮਾ ਆਪਣਾ ਵਾਸ ਬਣਾ ਕੇ ਬੈਠਾ ਹੋਇਆ ਹੈ। ਬਸ ਸਾਨੂੰ ਜਾਣਨ ਦੀ ਜ਼ਰੂਰਤ ਹੈ, ਅਤੇ ਜਾਣਿਆ ਸੀ ਕਿਵੇਂ? ਜਦੋਂ ਸਾਨੂੰ ਗੁਰੂ ਨੇ ਨਾਮ ਦੀ ਦਾਤ ਬਖਸ਼ੀ। ਮਿਟਿਆ ਗੁਮਾਨ ਗੁਰ ਦਇਆ ਤੇ, ਪਾਇਆ ਅਬ ਵਿਸ਼ਰਾਮ, ਪੁੰਨੇ ਸਗਲ ਮਨੋਰਥਾਂ ਰਹਿਓ ਨਾ ਬਾਕੀ ਕਾਮ। ਗੁਰੂ ਦੀ ਕਿਰਪਾ ਨਾਲ ਨਾਮ ਵਿੱਚ ਬਿਰਤੀ ਲਾਣ ਨਾਲ ਹੰਕਾਰ ਦਾ ਨਾਸ਼ ਹੋ ਜਾਂਦਾ ਹੈ। ਜਦੋਂ ਅਸੀਂ ਨਾਮ ਦਾ ਸਿਮਰਨ ਕਰਦੇ ਹਾਂ ਨਾ, ਤੇ ਸਾਡੇ ਮਨ ਦੇ ਵਿੱਚ ਜੋ ਹੰਕਾਰ ਹੁੰਦਾ ਹੈ, ਮੈਂ ਹੁੰਦੀ ਹੈ, ਉਸ ਦਾ ਨਾਸ਼ ਹੋ ਜਾਂਦਾ ਹੈ। ਸਾਰੇ ਹੀ ਮਨੋਰਥ ਸਾਡੇ ਪੂਰੇ ਹੋ ਜਾਂਦੇ ਹਨ। ਹੋਰ ਕੋਈ ਇੱਛਾ ਨਹੀਂ ਰਹਿੰਦੀ। ਕਿਉਂ? ਕਿਉਂਕਿ ਅਸੀਂ ਜਦੋਂ ਮਨਮੁਖ ਸੀ, ਅਸੀਂ ਦੁਨਿਆਵੀ ਚੀਜ਼ਾਂ ਮੰਗਦੇ ਸੀ। ਪਰ ਜਦੋਂ ਇਨਸਾਨ ਗੁਰਮੁਖ ਹੋ ਜਾਂਦਾ ਹੈ, ਗੁਰੂ ਵਾਲਾ ਹੋ ਜਾਂਦਾ ਹੈ, ਫਿਰ ਇਹ ਜੋ ਪਦਾਰਥ ਨੇ, ਦੁਨਿਆਵੀ ਪਦਾਰਥ ਇਹਨਾਂ ਤੋਂ ਉੱਪਰ ਉੱਠ ਜਾਂਦਾ ਹੈ। ਉਹ ਆਪਣੇ ਅਸਲੀ ਮਕਸਦ ਨੂੰ ਜਾਣ ਜਾਂਦਾ ਹੈ। ਇਸ ਕਰਕੇ ਉਸ ਦੇ ਸਾਰੇ ਹੀ ਮਨੋਰਥ ਪੂਰੇ ਹੋ ਜਾਂਦੇ ਨੇ, ਕਿਉਂਕਿ ਉਸ ਨੂੰ ਗੁਰੂ ਵੀ ਮਿਲ ਗਿਆ, ਨਾਮ ਵੀ ਮਿਲ ਗਿਆ,
ਤੇ ਸਿਮਰਨ ਕਰਨ ਦੇ ਨਾਲ ਪ੍ਰਭੂ ਵੀ ਮਿਲ ਜਾਂਦਾ ਹੈ। ਫਿਰ ਸਤਿਗੁਰੂ ਜੀ ਫਰਮਾਉਂਦੇ ਨੇ, ਅਨੇਕ ਜਨਮ ਦੁੱਖ ਪਾਏ ਕਰ, ਆਏ ਗੁਰ ਕੀ ਸਾਮ, ਜਿਹੜੇ ਬਿਸਰੇ ਤਿਹ ਮਿਲੇ, ਪਏ ਸਭ ਆਤਮ ਰਾਮ। ਅਨੇਕਾਂ ਜਨਮਾਂ ਦੇ ਵਿੱਚ ਦੁੱਖ ਭੋਗਣ ਤੋਂ ਬਾਅਦ ਜੀਵ ਗੁਰੂ ਦੀ ਸ਼ਰਨ ਵਿੱਚ ਆਇਆ। ਜਿਸ ਜੋਤ ਤੋਂ ਜੀਵ ਵਿਸਰਿਆ ਸੀ ਉਸ ਦੇ ਨਾਲ ਮੇਲ ਹੋ ਗਿਆ। ਬਾਣੀ, ਗੁਰਬਾਣੀ ਵਿੱਚ ਵੀ ਆਂਦਾ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਈਓ, ਕਈ ਜਨਮ ਹੈ ਬਰ ਵ੍ਰਿਖ ਜੋਈਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਦੇਹ ਸੰਜਰੀਆ। ਇਹ ਜੋ ਜੀਵ ਆਤਮਾ ਹੈ ਬੜੇ ਜਨਮਾਂ ਦੇ ਵਿੱਚ ਭਟਕੀ ਹੈ, ਬੜੇ ਦੁੱਖਾਂ ਦੇ ਵਿੱਚੋਂ ਨਿਕਲ ਕੇ ਆਈ ਹੈ, ਔਰ ਪਰਮਾਤਮਾ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਮਨੁੱਖਾ ਜਨਮ ਬਖਸ਼ਿਆ। ਤੇ ਇਸ ਜਨਮ ਦੇ ਵਿੱਚ ਸਾਨੂੰ ਇੱਕ ਹੋਰ ਕਿਰਪਾ ਕੀਤੀ ਕਿ ਸਾਨੂੰ ਗੁਰੂ ਮਿਲਿਆ, ਜਿਸ ਨੇ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਇਆ ਹੈ। ਤੇ ਅਸੀਂ ਭਾਗਾਂ ਵਾਲੇ ਹਾਂ ਜੋ ਮਾਲਕ ਨੇ ਸਾਨੂੰ ਗੁਰੂ ਨੂੰ ਮਿਲਾਇਆ, ਗੁਰੂ ਨੇ ਨਾਮ ਸ਼ਬਦ ਦਿੱਤਾ ਤੇ ਸਾਨੂੰ ਉਸ ਮਾਲਕ ਦੇ ਨਾਲ ਮਿਲਾਇਆ ਹੈ। ਬਹੁਤ ਜਨਮਾਂ ਦੇ ਅਸੀਂ ਵਿਛੜੇ ਹੋਏ ਸੀ। ਅਸੀਂ ਬਹੁਤ ਕਹਾਣੀਆਂ ਸੁਣਦੇ ਹਾਂ ਕਿ ਦੁਨੀਆ ਦੇ ਵੱਡੇ ਵੱਡੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾਂ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਕਲਯੁਗ ਦੇ ਵਿੱਚ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਕਿ ਸਾਨੂੰ ਜੋ ਨਾਮ ਸਿਮਰਨ ਹੈ, ਭਜਨ ਹੈ, ਇਸ ਦੇ ਨਾਲ ਹੀ ਪਰਮਾਤਮਾ ਮਿਲ ਜਾਂਦਾ ਹੈ ਤੇ ਨਾਮ ਜਪਣ ਦਾ ਕੋਈ ਵੀ ਮੁੱਲ ਨਹੀਂ ਲੱਗਦਾ। ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਸਤਿਗੁਰ ਕੇ ਭਜਨ ਬਿਨ ਨਹੀਂ ਅਵਰ ਕੁਛ ਕਾਮ, ਇੱਕੋ ਸੁਹੰਗ ਸਤਨਾਮ ਜੀਓ, ਸਿਮਰੋ ਆਠੋ ਜਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਸਤਿਗੁਰ ਦੇ ਭਜਨ ਤੋਂ ਬਿਨਾਂ ਕੋਈ ਵੀ ਕੰਮ ਤੇਰੇ ਕੰਮ ਆਉਣ ਵਾਲਾ ਨਹੀਂ ਹੈ, ਉਹ ਬੇਅਰਥ ਹੈ। ਉਹ ਜ਼ਿੰਦਗੀ ਜੀਣ ਦਾ ਜ਼ਰੀਆ ਹੋ ਸਕਦਾ ਹੈ। ਅਸੀਂ ਕਰਮ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਨੌਕਰੀ ਕਰਦੇ ਹਾਂ, ਪੈਸਾ ਕਮਾਉਂਦੇ ਹਾਂ, ਧੀਆਂ ਪੁੱਤਰਾਂ ਨੂੰ ਪਾਲਦੇ ਹਾਂ, ਘਰ ਬਣਾਉਂਦੇ ਹਾਂ, ਜਾਇਦਾਦਾਂ ਇਕੱਠੀਆਂ ਕਰਦੇ ਹਾਂ। ਉਹ ਸਾਡਾ ਜ਼ਿੰਦਗੀ ਨੂੰ ਚਲਾਉਣ ਦਾ ਇੱਕ ਸਾਧਨ ਹੋ ਸਕਦਾ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਪਰ ਜੇਕਰ ਸਾਡੇ ਜੀਵਨ ਨੂੰ ਸੁਖ ਬਣਾ ਸਕਦਾ ਹੈ ਜਾਂ ਸੰਤੁਸ਼ਟੀ ਦੇ ਸਕਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਹੈ। ਭਜਨ ਤੋਂ ਬਿਨਾਂ ਕੋਈ ਵੀ ਕੰਮ ਚੰਗਾ ਨਹੀਂ ਲੱਗਦਾ। ਜਿਵੇਂ ਆਦਮੀ ਕੋਈ ਬਿਮਾਰ ਹੋ ਜਾਂਦਾ ਹੈ ਤੇ ਉਸ ਨੂੰ ਕੋਈ ਸਵਾਦਿਸ਼ਟ ਭੋਜਨ ਲਿਆ ਕੇ ਦੋ ਕਿ ਇਹ ਖਾ, ਇਹ ਬਹੁਤ ਚਟਪਟਾ ਹੈ, ਉਹਦਾ ਕੋਈ ਖਾਣ ਨੂੰ ਜੀ ਨਹੀਂ ਕਰੇਗਾ, ਕਹੇਗਾ ਮਨ ਜੀ ਨਹੀਂ ਕਰ ਰਿਹਾ ਕੁਝ ਖਾਣ ਨੂੰ, ਬੇਸਵਾਦਾ ਜਿਹਾ ਮੂੰਹ ਹੋ ਗਿਆ, ਕੁਝ ਚੀਜ਼ਾਂ ਖਾਣ ਨੂੰ ਦਿਲ ਨਹੀਂ ਕਰ ਰਿਹਾ। ਤੇ ਡਾਕਟਰ ਵੀ ਉਸ ਨੂੰ ਉਹ ਗੱਲਾਂ ਚੀਜ਼ਾਂ ਤੋਂ ਮਨਾ ਕਰਦਾ ਹੈ ਕਿ ਇਹ ਨਹੀਂ ਖਾਣੀਆਂ, ਇਸ ਦੇ ਨਾਲ ਸਿਹਤ ਖਰਾਬ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਸਿਮਰਨ ਨਹੀਂ ਹੈ, ਤੇ ਦੁਨੀਆ ਦੇ ਜਿੰਨੇ ਵੀ ਕੰਮ ਨੇ ਸਾਰੇ ਹੀ ਬੇਸਵਾਦੇ ਨੇ। ਤੇ ਜੇਕਰ ਸਾਡੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਹੈ, ਸਿਮਰਨ ਹੈ, ਤਾਂ ਉਹੀ ਜੋ ਕੰਮ ਨੇ ਸਾਡੇ ਜੀਵਨ ਦੇ, ਸਾਡਾ ਉਹਦੇ ਵਿੱਚ ਮਨ ਵੀ ਲੱਗੇਗਾ ਤੇ ਸਾਨੂੰ ਖੁਸ਼ੀ ਵੀ ਮਿਲੇਗੀ, ਸੰਤੁਸ਼ਟੀ ਵੀ ਮਿਲੇਗੀ ਤੇ ਅਸੀਂ ਨਾਲ ਨਾਲ ਆਪਣਾ ਫਰਜ਼ ਵੀ ਪੂਰਾ ਕਰਦੇ ਹਾਂ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ। ਫਿਰ ਸਤਿਗੁਰੂ ਜੀ ਫਰਮਾਉਂਦੇ ਹਨ, ਸਰਵਨ ਕਰ ਗੁਰੂ ਬਚਨ ਕੋ, ਨਿਸ਼ਚੇ ਕਰ ਉਪਦੇਸ਼, ਨਿਸ਼ਵਾਸਰ ਅਭਿਆਸ ਕਰ, ਤਜ ਕੇ ਸਗਲ ਕਲੇਸ਼। ਸਤਿਗੁਰੂ ਜੀ ਉਪਦੇਸ਼ ਕਰਦੇ ਹਨ
ਅਤੇ ਬਚਨਾਂ ਨੂੰ ਸਰਵਣ ਕਰਕੇ ਉਸ 'ਤੇ ਚੱਲਣ ਤੇ ਪ੍ਰਤੀ ਨਾਮ ਦਾ ਅਭਿਆਸ ਕਰਨ ਦਾ ਸਾਨੂੰ ਉਪਦੇਸ਼ ਦਿੰਦੇ ਹਨ। ਕਹਿੰਦੇ ਹਨ ਕਿ ਜੇ ਤੂੰ ਪ੍ਰਤੀ ਦਿਨ ਉਪਦੇਸ਼ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਗਾ ਨਾ ਤੇ ਤੇਰੇ ਕਲੂ ਕਲੇਸ਼ ਸਾਰੇ ਹੀ ਖਤਮ ਹੋ ਜਾਣਗੇ। ਫਿਰ ਸਤਿਗੁਰੂ ਜੀ ਫਰਮਾਉਂਦੇ ਹਨ, ਬੁੱਧ ਬੁੱਧਾ ਫੇਨ ਤਾਰੰਗ ਕਾ ਜਲ ਤੇ ਪਿੰਨਾ ਲੇਸ, ਸਭ ਪੂਖਨ ਜਿਨ ਕਨਕ ਕੇ ਕੰਚਨ ਬਿਰਨਾ ਸ਼ੇਸ਼। ਜਿਵੇਂ ਪਾਣੀ ਦਾ ਬੁਲਬੁਲਾ ਪਾਣੀ ਤੋਂ ਅਲੱਗ ਨਹੀਂ ਹੈ, ਪਾਣੀ ਹੀ ਹੁੰਦਾ। ਸੋਨੇ ਦੇ ਗਹਿਣੇ ਕਦੇ ਵੀ ਸੋਨੇ ਤੋਂ ਅਲੱਗ ਨਹੀਂ ਹੁੰਦੇ, ਸੋਨਾ ਹੀ ਹੁੰਦਾ। ਉਸੇ ਤਰ੍ਹਾਂ ਇਹ ਜੀਵ ਤੂੰ ਵੀ ਪਰਮਾਤਮਾ ਦਾ ਹੀ ਰੂਪ ਹੈ ਤੇ ਪਰਮਾਤਮਾ ਤੇਰਾ ਰੂਪ, ਕੋਈ ਅਲੱਗ ਨਹੀਂ ਹੈ। ਕੱਟ ਮਿੱਟ ਮਾਟੀ ਰੂਪ ਸਭ, ਔਰ ਨ ਕਛੂ ਕਲ ਵਿਸ਼ੇਸ਼। ਅਨੇਕ ਪਾਂਤ ਪਟ ਜੋ ਪਏ, ਸੂਤਰ ਤਿਸ ਕਾ ਵੇਸ਼। ਪੰਜ ਤੱਤਾਂ ਤੋਂ ਸਾਰੇ ਸਰੀਰ ਨੂੰ ਪ੍ਰਭੂ ਨੇ ਇੱਕ ਸਮਾਨ ਬਣਾਇਆ। ਪੰਜੇ ਤੱਤ, ਇਹ ਜੋ ਸਰੀਰ ਹੈ ਸਾਡਾ ਪੰਜਾਂ ਤੱਤਾਂ ਦਾ ਪੁਤਲਾ ਹੈ ਤੇ ਪ੍ਰਭੂ ਨੇ ਇੱਕ ਹੀ ਸਮਾਨ ਸਾਰਿਆਂ ਨੂੰ ਬਣਾਇਆ। ਕਿਸੇ ਵਿੱਚ ਕੋਈ ਵੀ ਵਿਸ਼ੇਸ਼ ਤੱਤ ਅਲੱਗ ਨਹੀਂ ਪਾਇਆ। ਪਰਮਾਤਮਾ ਸੰਤਾਂ ਅੰਦਰ ਵੀ ਹੈ, ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਲੇਕਿਨ ਇਹ ਸਭ ਸੰਗਤ ਦਾ ਅਸਰ ਹੈ। ਪਰਮਾਤਮਾ ਨੇ ਇਨਸਾਨ ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ। ਉਸਨੇ ਕੋਈ ਅਲੱਗ-ਅਲੱਗ ਮੋਹਰ ਲਗਾ ਕੇ ਨਹੀਂ ਬਣਾਏ, ਉਸਨੇ ਸਾਰੇ ਇੱਕੋ ਹੀ ਸਮਾਨ ਬਣਾਏ, ਇੱਕੋ ਜਿਹੇ ਸਾਰੇ ਬਣਾਏ। ਪਰ ਕੋਈ ਚੋਰ ਬਣ ਗਿਆ, ਕੋਈ ਠੱਗ ਬਣ ਗਿਆ, ਕੋਈ ਸੰਤ ਬਣ ਗਿਆ। ਸੰਗਤ ਦਾ ਅਸਰ, ਜੈਸੀ ਜੈਸੀ ਇਨਸਾਨ ਸੰਗਤ ਕਰਦਾ ਵੈਸਾ ਹੀ ਉਹ ਹੋ ਜਾਂਦਾ। ਇਸੇ ਕਰਕੇ ਸਾਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਪਿੱਛੇ ਕਿ ਮਨਮੁਖਾਂ ਦੀ ਸੰਗਤ ਨਹੀਂ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ ਹੈ। ਇਸੇ ਪ੍ਰਕਾਰ ਇੱਕੋ ਸੂਤ ਤੋਂ ਅਨੇਕਾਂ ਪ੍ਰਕਾਰ ਦੇ ਕੱਪੜੇ ਬਣਦੇ ਤੇ ਬੁਣੇ ਜਾਂਦੇ ਆ। ਇਸੇ ਤਰ੍ਹਾਂ ਜੀਵ ਇੱਕ ਸਮਾਨ ਆ, ਸਾਰੇ ਜੀਵ ਅਲੱਗ-ਅਲੱਗ ਨਹੀਂ ਹੈ। ਗੁਰੂ ਰਵਿਦਾਸ ਗੁਰੂ ਚਰਨ ਕੇ ਕਰੋ ਸਦਾ ਆਦੇਸ਼। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੀਵ ਹਮੇਸ਼ਾ ਹੀ ਗੁਰੂ ਚਰਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਹੀ ਤੇਰਾ ਭਾਰ ਉਤਾਰਾ ਕਰ ਸਕਦਾ ਹੈ। ਸਤਿਗੁਰੂ ਕਬੀਰ ਮਹਾਰਾਜ ਜੀ ਨੇ ਬੜਾ ਸੁੰਦਰ ਫਰਮਾਇਆ, ਤੀਰਥ ਜਾਈਏ ਫਲ ਏਕ ਮਿਲਤ ਹੈ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਮਿਲਤ ਹੈ, ਕਹਿਤ ਕਬੀਰ ਵਿਚਾਰ। ਕਿ ਜਦੋਂ ਗੁਰੂ ਮਿਲ ਜਾਂਦਾ ਹੈ ਤੇ ਸਾਨੂੰ ਸਾਰੇ ਦੁੱਖਾਂ ਦੀ ਦਵਾਈ ਮਿਲ ਜਾਂਦੀ ਹੈ। ਭਾਵ ਕਿ ਸਾਡੇ ਮਨ ਦੀ ਜੋ ਤਰਪਨਾ ਹੈ ਉਹ ਖਤਮ ਹੋ ਜਾਂਦੀ ਹੈ ਸਾਨੂੰ ਜਦੋਂ ਗੁਰੂ ਮਿਲ ਜਾਂਦਾ ਹੈ। ਗੁਰੂ ਸਾਡਾ ਮਾਰਗਦਰਸ਼ਕ ਹੁੰਦਾ ਹੈ। ਆਓ ਗੁਰੂ ਦੇ ਉਪਦੇਸ਼ਾਂ 'ਤੇ ਚੱਲੀਏ, ਗੁਰੂ ਦੀ ਬਾਣੀ ਨੂੰ ਮੰਨੀਏ। ਜਿਵੇਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਮਾਘ ਮਹੀਨੇ ਦਾ ਮਹੱਤਵ ਸਾਨੂੰ ਦੱਸਿਆ ਕਿ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਭਾਈ ਤੂੰ ਪਰਮਾਤਮਾ ਤੋਂ ਬਿਨਾਂ ਤੇ ਪਰਮਾਤਮਾ ਤੇਰੇ ਤੋਂ ਬਿਨਾਂ ਨਹੀਂ ਹੈ, ਦੋਨੋਂ ਇੱਕ ਹੀ ਹਨ। ਅਸੀਂ ਪਰਮਾਤਮਾ ਦਾ ਹੀ ਰੂਪ ਹਾਂ। ਬਸ ਬਸ਼ਰਤ ਇੱਕ ਹੈ ਕਿ ਅਸੀਂ ਮਨਮੁਖਾਂ ਦੀ ਸੰਗਤ ਨਹੀਂ ਕਰਨੀ, ਗੁਰਮੁਖਾਂ ਦੀ ਸੰਗਤ ਕਰਨੀ ਹੈ। ਸਾਡਾ ਭਾਰ ਉਤਾਰਾ ਹੋ ਜਾਏਗਾ। ਜੈ ਗੁਰਦੇਵ ਜੀ, ਜੈ ਸਤਿਗੁਰੂ ਰਵਿਦਾਸ ਮਹਾਰਾਜ ਜੀ।